ਮੇਰਾ ਨਾਮ ਸਿਮਰਤ ਹੈ। ਮੈਂ ਪੰਜਾਬ ਦੀ ਰਹਿਣ ਵਾਲੀ ਹਾਂ। ਮੈਂ 5 ਸਾਲ ਦੀ ਸੀ ਜਦੋਂ ਮੇਰੇ ਮਾਂ-ਬਾਪ ਦਾ ਤਲਾਕ ਹੋ ਗਿਆ ਸੀ ਅਤੇ ਉਦੋਂ ਤੋਂ ਹੀ ਇਹ ਸ਼ਬਦ ਮੇਰੀ ਜ਼ਿੰਦਗੀ ਵਿੱਚ ਇੱਕ ਡਰ ਦੀ ਤਰ੍ਹਾਂ ਸ਼ਾਮਿਲ ਹੋ ਗਿਆ। ਉਹਨਾਂ ਦੋਨਾਂ ਦੇ ਤਲਾਕ ਨੇ ਮੈਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਸੀ। ਮੇਰੀ ਮਾਂ ਨੇ ਮੈਨੂੰ ਆਪਣੇ ਨਾਲ ਲਿਜਾਉਣ ਦੀ ਹਰ ਮੁਮਕਿਨ ਕੋਸ਼ਿਸ਼ ਕੀਤੀ, ਪਰ ਪਾਪਾ ਨੇ ਮੈਨੂੰ ਉਹਨਾਂ ਨਾਲ ਨਹੀਂ ਜਾਣ ਦਿੱਤਾ। ਉਸ ਵੇਲੇ ਮੈਂ ਇੰਨੀ ਛੋਟੀ ਸੀ ਕਿ ਮੈਨੂੰ ਇਹ ਪਤਾ ਨਹੀਂ ਸੀ ਕਿ ਤਲਾਕ ਕੀ ਹੁੰਦਾ ਹੈ, ਕੋਈ ਪਰਿਵਾਰ ਕਿਵੇਂ ਟੁੱਟਦਾ ਹੈ। ਪਰ ਜਿਵੇਂ-ਜਿਵੇਂ ਮੈਂ ਵੱਡੀ ਹੁੰਦੀ ਗਈ, ਮੈਨੂੰ ਇਸ ਸ਼ਬਦ ਦਾ ਮਤਲਬ ਸਮਝ ਆਉਣ ਲੱਗਿਆ। ਮਾਂ-ਬਾਪ ਦੇ ਅਲੱਗ ਹੋਣ ਕਾਰਨ ਮੇਰੀ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਗਈ ਸੀ। ਜੋ ਵੀ ਮੈਨੂੰ ਦੇਖਦਾ ਤਾਂ ਕਹਿੰਦਾ, ਉਹ ਦੇਖੋ ਸਿਮਰਤ ਜਾ ਰਹੀ ਹੈ। ਇਸ ਦੀ ਮਾਂ ਤਾਂ ਆਪਣੇ ਯਾਰ ਲਈ ਇਸ ਨੂੰ ਬਚਪਨ ਵਿੱਚ ਹੀ ਛੱਡ ਕੇ ਚਲੀ ਗਈ ਸੀ। ਲੋਕਾਂ ਦੇ ਕੌੜੇ ਬੋਲਾਂ ਨੇ ਮੇਰੇ ਬਚਪਨ ਨੂੰ ਤਬਾਹ ਕਰ ਦਿੱਤਾ ਸੀ। ਮੈਂ ਇੱਕ ਅਲੱਗ ਹੀ ਸਿਮਰਤ ਬਣ ਗਈ ਸੀ। ਛੋਟੀ-ਛੋਟੀ ਗੱਲ 'ਤੇ ਗੁੱਸਾ ਹੋ ਜਾਂਦੀ, ਚੀਜ਼ਾਂ ਚੁੱਕ-ਚੁੱਕ ਕੇ ਸੁੱਟਣ ਲੱਗ ਜਾਂਦੀ ਅਤੇ ਕਦੇ-ਕਦੇ ਤਾਂ ਚੀਕ-ਚੀਕ ਕੇ ਰੋਂਦੀ। ਸਭ ਨਾਲ ਬੁਰਾ ਵਰਤਾਓ ਕਰਦੀ ਅਤੇ ਜੇ ਕੋਈ ਮੇਰੀ ਮਾਂ ਬਾਰੇ ਕੁਝ ਕਹਿੰਦਾ ਤਾਂ ਮੇਰਾ ਜੀਅ ਕਰਦਾ ਉਸ ਦੀ ਜਾਨ ਲੈ ਲਵਾਂ। ਮੰਮੀ ਦੇ ਚਲੇ ਜਾਣ ਤੋਂ ਬਾਅਦ ਮੇਰੇ ਪਾਪਾ ਨੇ ਮੈਨੂੰ ਦਾਦੀ ਦੇ ਹਵਾਲੇ ਕਰ ਦਿੱਤਾ ਸੀ। ਦਾਦੀ ਮੇਰੇ ਸਾਹਮਣੇ ਦਿਨ-ਰਾਤ ਮੇਰੀ ਮਾਂ ਦੇ ਬੁਰੇ ਚਰਿੱਤਰ ਦੀਆਂ ਗੱਲਾਂ ਕਰਦੀ ਅਤੇ ਉਸਨੂੰ ਇਸ ਕਦਰ ਬੁਰਾ-ਭਲਾ ਕਹਿੰਦੀ ਕਿ ਮੈਂ ਕੁਦਰਤੀ ਤੌਰ 'ਤੇ ਆਪਣੀ ਮਾਂ ਨੂੰ ਨਫ਼ਰਤ ਕਰਨ ਲੱਗੀ ਸੀ। ਪਰ ਜਦੋਂ ਵੀ ਮੇਰੀ ਦਾਦੀ ਮੇਰੀ ਮਾਂ ਬਾਰੇ ਕੁਝ ਕਹਿੰਦੀ ਤਾਂ ਮੈਂ ਸਾਰੇ ਘਰ ਦਾ ਸਾਮਾਨ ਤੋੜਨ ਲੱਗਦੀ। ਹੌਲੀ-ਹੌਲੀ ਮੇਰੀ ਦਾਦੀ ਮੈਨੂੰ ਵੀ ਬੁਰਾ-ਭਲਾ ਕਹਿਣ ਲੱਗੀ ਸੀ। ਅਕਸਰ ਉਹ ਪਾਪਾ ਨੂੰ ਕਹਿੰਦੀ ਕਿ ਇਸ ਨੂੰ ਵੀ ਇਸ ਦੀ ਮਾਂ ਕੋਲ ਭੇਜ ਦਿੰਦੇ ਤਾਂ ਚੰਗਾ ਹੁੰਦਾ। ਪਾਪਾ ਕਹਿੰਦੇ ਕਿ ਮੈਂ ਇੰਨੀ ਆਸਾਨੀ ਨਾਲ ਉਸ ਔਰਤ ਨੂੰ ਖੁਸ਼ੀ ਨਹੀਂ ਦੇ ਸਕਦਾ ਸੀ। ਮੇਰੇ ਪਾਪਾ ਨੇ ਆਪ ਦੂਜਾ ਵਿਆਹ ਕਰ ਲਿਆ ਸੀ, ਪਰ ਪਾਪਾ ਦਾ ਦੂਜਾ ਵਿਆਹ ਵੀ ਜ਼ਿਆਦਾ ਦੇਰ ਤੱਕ ਨਹੀਂ ਟਿਕ ਸਕਿਆ। ਮੇਰੀ ਦੂਜੀ ਮਾਂ ਨਾਲ ਉਹਨਾਂ ਦੀ ਬਿਲਕੁਲ ਵੀ ਨਾ ਬਣੀ। ਆਏ ਦਿਨ ਪਤਾ ਨਹੀਂ ਕਿਸ ਗੱਲ ਨੂੰ ਲੈ ਕੇ ਦੋਨਾਂ ਵਿੱਚ ਲੜਾਈ ਹੁੰਦੀ ਰਹਿੰਦੀ ਅਤੇ ਇੱਕ ਦਿਨ ਮੇਰੀ ਸੁਤੇਲੀ ਮਾਂ ਵੀ ਚਲੀ ਗਈ। ਅਕਸਰ ਪਾਪਾ ਗੁੱਸੇ ਵਿੱਚ ਕਹਿੰਦੇ ਕਿ ਜਿਸ ਤਰ੍ਹਾਂ ਮੈਨੂੰ ਮੇਰੀਆਂ ਦੋਵੇਂ ਪਤਨੀਆਂ ਨੇ ਧੋਖਾ ਦਿੱਤਾ ਹੈ, ਮੈਂ ਕਿਸੇ ਔਰਤ 'ਤੇ ਵਿਸ਼ਵਾਸ ਤਾਂ ਕਰ ਹੀ ਨਹੀਂ ਸਕਦਾ। ਅਤੇ ਫਿਰ ਇੱਕ ਦਿਨ ਅਚਾਨਕ ਹੀ ਮੇਰੇ ਪਾਪਾ ਦੀ ਮੌਤ ਹੋ ਗਈ। ਇਹ ਖਬਰ ਮੇਰੇ ਲਈ ਕਿਸੇ ਕਿਆਮਤ ਤੋਂ ਘੱਟ ਨਹੀਂ ਸੀ। ਮਾਂ ਤੋਂ ਬਾਅਦ ਪਾਪਾ ਵੀ ਮੈਨੂੰ ਛੱਡ ਗਏ ਸਨ। ਮੇਰੀ ਬੁੱਢੀ ਦਾਦੀ ਮੈਨੂੰ ਲੈ ਕੇ ਮੇਰੇ ਚਾਚਾ-ਚਾਚੀ ਦੇ ਘਰ ਸ਼ਿਫਟ ਹੋ ਗਈ। ਉਸ ਵੇਲੇ ਮੇਰੀ ਉਮਰ ਕੋਈ 17 ਸਾਲ ਦੇ ਕਰੀਬ ਸੀ। ਦਾਦੀ ਵੀ ਜ਼ਿਆਦਾ ਸਮੇਂ ਤੱਕ ਜਿਉਂਦੀ ਨਾ ਰਹਿ ਸਕੀ ਕਿਉਂਕਿ ਪਾਪਾ ਦੀ ਮੌਤ ਨੇ ਦਾਦੀ ਨੂੰ ਹਰਾ ਦਿੱਤਾ ਸੀ। ਮੈਂ ਪੂਰੀ ਤਰ੍ਹਾਂ ਨਾਲ ਚਾਚਾ-ਚਾਚੀ 'ਤੇ ਨਿਰਭਰ ਹੋ ਗਈ। ਚਾਚਾ ਜੀ ਤਾਂ ਮੈਨੂੰ ਬਹੁਤ ਪਿਆਰ ਕਰਦੇ ਸਨ, ਪਰ ਚਾਚੀ ਦਾ ਸੁਭਾਅ ਕੁਝ ਅਜੀਬ ਜਿਹਾ ਸੀ। ਜਦੋਂ ਵੀ ਚਾਚਾ ਜੀ ਮੇਰੇ ਨਾਲ ਪਿਆਰ ਨਾਲ ਪੇਸ਼ ਆਉਂਦੇ ਜਾਂ ਆਪਣੇ ਬੱਚਿਆਂ ਦੀ ਤਰ੍ਹਾਂ ਮੇਰੇ ਨਾਲ ਪਿਆਰ ਜਤਾਉਂਦੇ ਤਾਂ ਚਾਚੀ ਦੇ ਚਿਹਰੇ 'ਤੇ ਨਫ਼ਰਤ ਦੇ ਭਾਵ ਆ ਜਾਂਦੇ। ਕਦੇ-ਕਦੇ ਚਾਚੀ ਮੇਰੇ ਮਾਂ ਦੇ ਬਾਰੇ ਵਿੱਚ ਕੋਈ ਗਲਤ ਗੱਲ ਕਹਿ ਦਿੰਦੀ ਤਾਂ ਮੈਂ ਗੁੱਸੇ ਵਿੱਚ ਚੀਜ਼ਾਂ ਤੋੜਨੀਆਂ ਸ਼ੁਰੂ ਕਰ ਦਿੰਦੀ। ਚਾਚੀ ਨੇ ਕਦੇ ਵੀ ਖੁੱਲ੍ਹ ਕੇ ਕੁਝ ਨਹੀਂ ਕਿਹਾ ਸੀ, ਪਰ ਫਿਰ ਵੀ ਮੈਂ ਉਹਨਾਂ ਨਾਲ ਬਦਤਮੀਜ਼ੀ 'ਤੇ ਉਤਰ ਆਉਂਦੀ ਸੀ। 1 ਸਾਲ ਇੰਝ ਹੀ ਲੰਘ ਗਿਆ। ਅਕਸਰ ਮੇਰੇ ਮਨ ਵਿੱਚ ਇਹ ਖਿਆਲ ਆਉਂਦਾ ਕਿ ਜੇਕਰ ਮੇਰੀ ਮਾਂ ਚਰਿੱਤਰਹੀਣ ਨਾ ਹੁੰਦੀ ਤਾਂ ਸ਼ਾਇਦ ਮੈਨੂੰ ਇਹ ਦਿਨ ਨਾ ਦੇਖਣੇ ਪੈਂਦੇ। ਮੈਂ ਵੀ ਦੂਜੇ ਬੱਚਿਆਂ ਵਾਂਗ ਇੱਕ ਨਾਰਮਲ ਅਤੇ ਚੰਗੀ ਜ਼ਿੰਦਗੀ ਗੁਜ਼ਾਰਦੀ। ਮੇਰੇ ਅੰਦਰ ਇੱਕ ਅਜੀਬ ਜਿਹਾ ਅਹਿਸਾਸ ਆ ਗਿਆ ਸੀ। ਮੈਂ ਛੋਟੀਆਂ-ਛੋਟੀਆਂ ਗੱਲਾਂ 'ਤੇ ਸਭ ਨਾਲ ਉਲਝਣ ਲੱਗੀ ਸੀ। ਮੈਂ ਹਰ ਵੇਲੇ ਘਰ ਦੀ ਚਾਰਦੀਵਾਰੀ ਦੇ ਅੰਦਰ ਰਹਿੰਦੀ ਅਤੇ ਚਾਚੀ ਨਾਲ ਘਰ ਦੇ ਸਾਰੇ ਕੰਮ ਕਰਵਾਉਂਦੀ ਅਤੇ ਕਿਸੇ ਨੌਕਰਾਣੀ ਵਾਂਗੂ ਉਹਨਾਂ ਦੇ ਬੱਚਿਆਂ ਦੀ ਵੀ ਸੇਵਾ ਕਰਦੀ। ਪੜ੍ਹਾਈ ਕਰਨ ਦਾ ਤਾਂ ਮੈਨੂੰ ਮੌਕਾ ਹੀ ਨਹੀਂ ਮਿਲਿਆ ਸੀ। ਜਿਵੇਂ-ਜਿਵੇਂ ਸਮਾਂ ਗੁਜ਼ਰ ਰਿਹਾ ਸੀ, ਮੈਂ ਜਵਾਨ ਹੋਣ ਦੇ ਨਾਲ-ਨਾਲ ਖੂਬਸੂਰਤ ਵੀ ਹੋ ਗਈ ਸੀ। ਕਦੇ-ਕਦੇ ਮੇਰੇ ਚਾਚਾ ਕਹਿ ਦਿੰਦੇ ਕਿ ਮੈਂ ਆਪਣੀ ਮਾਂ ਵਰਗੀ ਸੋਹਣੀ ਸੁਨੱਖੀ ਹਾਂ। ਮੈਂ ਕਦੇ ਵੀ ਚਾਚਾ ਜੀ ਦੇ ਮੂੰਹ ਤੋਂ ਆਪਣੀ ਮਾਂ ਦੀ ਕੋਈ ਬੁਰਾਈ ਨਹੀਂ ਸੁਣੀ ਸੀ। ਹੁਣ ਵੀ ਚਾਚਾ ਜੀ ਦੀ ਗੱਲ ਸੁਣ ਕੇ ਮੈਂ ਹੈਰਾਨ ਰਹਿ ਗਈ ਸੀ। ਇਹ ਪਹਿਲੀ ਵਾਰ ਸੀ ਜਦੋਂ ਕਿਸੇ ਨੇ ਮੇਰੀ ਮਾਂ ਦੇ ਬਾਰੇ ਮੇਰੇ ਸਾਹਮਣੇ ਕੋਈ ਚੰਗੀ ਗੱਲ ਕਹੀ ਸੀ। ਨਹੀਂ ਤਾਂ ਮੈਂ ਅੱਜ ਤੱਕ ਆਪਣੀ ਮਾਂ ਦੇ ਬਾਰੇ ਸਿਰਫ ਬੁਰਾ ਹੀ ਸੁਣਿਆ ਸੀ। ਮੈਨੂੰ ਤਾਂ ਆਪਣੀ ਮਾਂ ਦਾ ਚਿਹਰਾ ਵੀ ਯਾਦ ਨਹੀਂ ਸੀ ਅਤੇ ਨਾ ਹੀ ਮੇਰੇ ਕੋਲ ਉਹਨਾਂ ਦੀ ਕੋਈ ਤਸਵੀਰ ਸੀ। ਪਰ ਜਦੋਂ ਤੋਂ ਚਾਚਾ ਜੀ ਨੇ ਮੈਨੂੰ ਮੇਰੀ ਮਾਂ ਨਾਲ ਮਿਲਵਾਇਆ ਸੀ, ਮੈਂ ਅਕਸਰ ਹੀ ਸ਼ੀਸ਼ਾ ਦੇਖਣ ਲੱਗੀ ਸੀ। ਕੁਝ ਸਮੇਂ ਵਿੱਚ ਹੀ ਮੇਰੇ ਲਈ ਰਿਸ਼ਤੇ ਆਉਣੇ ਸ਼ੁਰੂ ਹੋ ਗਏ। ਚਾਚੀ ਜੀ ਦੀਆਂ 2 ਕੁੜੀਆਂ ਵੀ ਸਨ, ਪਰ ਉਹ ਮੇਰੇ ਜਿੰਨੀਆਂ ਸੋਹਣੀਆਂ ਨਹੀਂ ਸਨ, ਇਸ ਲਈ ਉਹਨਾਂ ਲਈ ਰਿਸ਼ਤੇ ਨਹੀਂ ਆਉਂਦੇ ਸਨ। ਚਾਚੀ ਨੇ ਫੈਸਲਾ ਕੀਤਾ ਕਿ ਪਹਿਲਾਂ ਮੇਰਾ ਵਿਆਹ ਕਰਕੇ ਮੈਨੂੰ ਵਿਦਾ ਕੀਤਾ ਜਾਵੇ ਤਾਂ ਜੋ ਉਹਨਾਂ ਦੀਆਂ ਕੁੜੀਆਂ ਦੇ ਵੀ ਭਾਗ ਖੁੱਲ੍ਹ ਸਕਣ। ਮੈਂ ਚਾਚੀ ਦੀਆਂ ਅੱਖਾਂ ਵਿੱਚ ਖਟਕਦੀ ਸੀ। ਚਾਚਾ ਜੀ ਨੇ ਮੇਰੇ ਲਈ ਮੁੰਡੇ ਪਸੰਦ ਕਰਨੇ ਸ਼ੁਰੂ ਕਰ ਦਿੱਤੇ, ਪਰ ਕਿਤੇ ਵੀ ਗੱਲ ਸਿਰੇ ਨਾ ਚੜ੍ਹੀ।
ਮੇਰੀ ਮਾਂ ਦਾ ਚਰਿੱਤਰ ਇੱਥੇ ਵੀ ਮੇਰੇ ਲਈ ਤਮਾਸ਼ਾ ਬਣ ਗਿਆ ਸੀ। ਜੋ ਵੀ ਰਿਸ਼ਤਾ ਲੈ ਕੇ ਆਉਂਦਾ ਉਸਨੂੰ ਕਿਸੇ ਨਾ ਕਿਸੇ ਤਰ੍ਹਾਂ ਮੇਰੀ ਮਾਂ ਬਾਰੇ ਪਤਾ ਚੱਲ ਹੀ ਜਾਂਦਾ ਅਤੇ ਇਸ ਤਰ੍ਹਾਂ ਗੱਲ ਬਣਨ ਤੋਂ ਪਹਿਲਾਂ ਹੀ ਖਤਮ ਹੋ ਜਾਂਦੀ। ਜਦੋਂ 15 ਰਿਸ਼ਤੇ ਇਸੇ ਤਰ੍ਹਾਂ ਵਾਪਿਸ ਚਲੇ ਗਏ ਤਾਂ ਚਾਚੀ ਨੇ ਆਪਣੀ ਭਾਬੀ ਦੇ ਇੱਕ ਰਿਸ਼ਤੇਦਾਰ ਨਾਲ ਮੇਰਾ ਰਿਸ਼ਤਾ ਕਰ ਦਿੱਤਾ। ਅਮਨ ਉਮਰ ਵਿੱਚ ਮੇਰੇ ਤੋਂ ਕਿਤੇ ਜ਼ਿਆਦਾ ਵੱਡੇ ਸਨ ਅਤੇ ਇਹ ਅਮਨ ਦਾ ਦੂਜਾ ਵਿਆਹ ਸੀ, ਕਿਉਂਕਿ ਉਹਨਾਂ ਦੀ ਪਹਿਲੀ ਪਤਨੀ ਉਹਨਾਂ ਨੂੰ ਛੱਡ ਕੇ ਜਾ ਚੁੱਕੀ ਸੀ। ਮੈਂ ਅਮਨ ਦੀ ਦੂਜੀ ਪਤਨੀ ਬਣਾਂਗੀ, ਇਸ ਗੱਲ ਨੇ ਮੇਰੇ ਅਰਮਾਨ ਖਤਮ ਕਰ ਦਿੱਤੇ। ਵਿਆਹ ਨੂੰ ਲੈ ਕੇ ਮੇਰੇ ਦਿਲ ਵਿੱਚ ਬਹੁਤ ਸਾਰੇ ਅਰਮਾਨ ਸਨ, ਪਰ ਮੈਂ ਇਹ ਕਦੇ ਨਹੀਂ ਸੋਚਿਆ ਸੀ ਕਿ ਮੈਂ ਕਿਸੇ ਦੀ ਦੂਜੀ ਪਤਨੀ ਬਣਾਂਗੀ। ਜਦੋਂ ਤੋਂ ਮੇਰਾ ਰਿਸ਼ਤਾ ਅਮਨ ਨਾਲ ਹੋਇਆ ਸੀ, ਮੈਂ ਬਹੁਤ ਪਰੇਸ਼ਾਨ ਰਹਿਣ ਲੱਗੀ ਸੀ। ਹਰ ਵੇਲੇ ਮੈਂ ਇਹੀ ਸੋਚਦੀ ਕਿ ਪਤਾ ਨਹੀਂ ਵਿਆਹ ਕਰਕੇ ਮੈਂ ਖੁਸ਼ ਵੀ ਰਹਿ ਸਕਾਂਗੀ ਜਾਂ ਨਹੀਂ। ਮੈਨੂੰ ਵਾਰ-ਵਾਰ ਆਪਣੇ ਮਾਂ-ਬਾਪ ਦੇ ਤਲਾਕ ਦੀ ਗੱਲ ਯਾਦ ਆ ਜਾਂਦੀ। ਮੇਰੇ ਲਈ ਵਿਆਹ ਇੱਕ ਬਹੁਤ ਹੀ ਮੁਸ਼ਕਿਲ ਰਿਸ਼ਤਾ ਬਣ ਗਿਆ ਸੀ। ਮੈਂ ਬਹੁਤ ਸਮੇਂ ਤੋਂ ਚਾਚਾ-ਚਾਚੀ ਜੀ ਨੂੰ ਵੀ ਲੜਦੇ ਹੋਏ ਦੇਖ ਰਹੀ ਸੀ। ਛੋਟੀਆਂ-ਛੋਟੀਆਂ ਗੱਲਾਂ ਨੂੰ ਲੈ ਕੇ ਦੋਨਾਂ ਵਿੱਚ ਕਾਫੀ ਝਗੜਾ ਹੋ ਜਾਂਦਾ ਸੀ। ਕਦੇ-ਕਦੇ ਤਾਂ ਉਸ ਝਗੜੇ ਦੀ ਵਜ੍ਹਾ ਮੈਂ ਹੁੰਦੀ ਸੀ। ਇਸ ਲਈ ਜਿਵੇਂ-ਜਿਵੇਂ ਮੇਰੇ ਵਿਆਹ ਦੇ ਦਿਨ ਨੇੜੇ ਆਉਣ ਲੱਗੇ, ਮੇਰੀ ਘਬਰਾਹਟ ਵਧਣ ਲੱਗੀ। ਅਮਨ ਇੱਕ ਵਾਰ ਮੈਨੂੰ ਮਿਲਣ ਲਈ ਆਇਆ ਸੀ ਅਤੇ ਉਹਨਾਂ ਦਾ ਸੁਭਾਅ ਵੀ ਮੈਨੂੰ ਸਖਤ ਜਿਹਾ ਲੱਗਿਆ ਸੀ, ਪਰ ਮੇਰੇ ਚਾਚਾ ਜੀ ਨੇ ਮੈਨੂੰ ਤਸੱਲੀ ਦਿੱਤੀ ਸੀ ਕਿ ਅਮਨ ਬਹੁਤ ਚੰਗਾ ਮੁੰਡਾ ਹੈ, ਤੈਨੂੰ ਕੋਈ ਪਰੇਸ਼ਾਨੀ ਨਹੀਂ ਹੋਵੇਗੀ। ਸਾਦਗੀ ਨਾਲ ਸਾਡਾ ਵਿਆਹ ਕੀਤਾ ਗਿਆ ਅਤੇ ਜਦੋਂ ਵਿਦਾਈ ਦਾ ਸਮਾਂ ਆਇਆ ਤਾਂ ਚਾਚਾ ਜੀ ਨੇ ਮੇਰੇ ਸਿਰ 'ਤੇ ਹੱਥ ਰੱਖ ਕੇ ਆਸ਼ੀਰਵਾਦ ਦਿੱਤਾ ਅਤੇ ਨਾਲ ਹੀ ਇੱਕ ਚਾਦਰ ਵੀ ਮੇਰੇ ਹੱਥ ਵਿੱਚ ਫੜਾ ਦਿੱਤੀ ਅਤੇ ਹੌਲੀ ਜਿਹੇ ਇੱਕ ਗੱਲ ਕਹੀ ਜੋ ਮੇਰੇ ਲਈ ਕੁਝ ਅਜੀਬ ਜਿਹੀ ਸੀ ਅਤੇ ਫਿਰ ਕਿਹਾ, ਜਦੋਂ ਤੇਰਾ ਪਤੀ ਰਾਤ ਨੂੰ ਸੋ ਜਾਵੇ ਤਾਂ ਉਸ ਦੇ ਉੱਪਰ ਇਹ ਚਾਦਰ ਦੇ ਦੇਵੀਂ। ਉਸ ਦਾ ਵਿਵਹਾਰ ਤੇਰੇ ਲਈ ਚੰਗਾ ਰਹੇਗਾ ਅਤੇ ਤੇਰਾ ਕਦੇ ਵੀ ਤਲਾਕ ਨਹੀਂ ਹੋਵੇਗਾ। ਚਾਚਾ ਜੀ ਦੀ ਗੱਲ ਸੁਣ ਕੇ ਮੈਂ ਹੈਰਾਨ ਰਹਿ ਗਈ ਅਤੇ ਮੈਂ ਫਟਾਫਟ ਉਹ ਚਾਦਰ ਫੜ ਲਈ। ਚਾਚਾ ਜੀ ਨੇ ਤਾਂ ਮੇਰਾ ਸਭ ਤੋਂ ਵੱਡਾ ਮਸਲਾ ਹੀ ਹੱਲ ਕਰ ਦਿੱਤਾ ਸੀ। ਮੈਨੂੰ ਉਹਨਾਂ 'ਤੇ ਪਿਆਰ ਆਉਣ ਲੱਗਿਆ ਸੀ, ਕਿਉਂਕਿ ਉਹਨਾਂ ਨੇ ਕਾਫੀ ਸਮੇਂ ਤੋਂ ਮੇਰੀ ਜ਼ਿੰਦਗੀ ਵਿੱਚ ਮੇਰੇ ਬਾਪ ਦੀ ਥਾਂ ਲੈ ਲਈ ਸੀ ਅਤੇ ਅੱਜ ਇਹ ਸਾਬਿਤ ਕਰ ਦਿੱਤਾ ਸੀ ਕਿ ਉਹ ਮੈਨੂੰ ਆਪਣੇ ਬੱਚਿਆਂ ਜਿੰਨਾ ਹੀ ਪਿਆਰ ਕਰਦੇ ਸਨ। ਮੇਰੇ ਬਿਨਾਂ ਕਹੇ ਹੀ ਉਹ ਮੇਰੀ ਪਰੇਸ਼ਾਨੀ ਜਾਣ ਗਏ ਸਨ। ਚਾਚਾ ਜੀ ਨੇ ਜੋ ਗੱਲ ਮੈਨੂੰ ਕਹੀ ਸੀ ਉਹ ਮੈਂ ਪੱਲੇ ਨਾਲ ਬੰਨ੍ਹ ਲਈ ਸੀ। ਜਦੋਂ ਮੈਂ ਵਿਦਾ ਹੋ ਕੇ ਅਮਨ ਦੇ ਘਰ ਪਹੁੰਚੀ ਤਾਂ ਮੇਰਾ ਦਿਲ ਜ਼ੋਰ-ਜ਼ੋਰ ਨਾਲ ਧੜਕ ਰਿਹਾ ਸੀ। ਇਹ ਇੱਕ ਛੋਟਾ ਜਿਹਾ ਘਰ ਸੀ ਜਿੱਥੇ ਮੈਨੂੰ ਅਤੇ ਅਮਨ ਨੂੰ ਇਕੱਲੇ ਹੀ ਰਹਿਣਾ ਸੀ। ਅਮਨ ਦੇ ਮਾਂ-ਬਾਪ ਵੀ ਨਹੀਂ ਸਨ ਅਤੇ ਭੈਣਾਂ ਵਿਆਹੀਆਂ ਹੋਈਆਂ ਸਨ। ਅਮਨ ਦੀ ਰਿਸ਼ਤੇਦਾਰ ਨੇਹਾ, ਮਤਲਬ ਮੇਰੀ ਚਾਚੀ ਦੀ ਭਾਬੀ, ਨੇ ਮੈਨੂੰ ਅਮਨ ਦੇ ਕਮਰੇ ਵਿੱਚ ਬਿਠਾ ਦਿੱਤਾ ਸੀ। ਜਾਂਦੇ-ਜਾਂਦੇ ਨੇਹਾ ਨੇ ਕਿਹਾ ਕਿ ਦੇਖ ਸਿਮਰਤ, ਤੂੰ ਘੱਟ ਉਮਰ ਦੀ ਹੈ, ਇਸ ਲਈ ਮੈਂ ਤੈਨੂੰ ਸਮਝਾ ਰਹੀ ਹਾਂ। ਅਜਿਹਾ ਕੋਈ ਬਚਪਨਾ ਨਾ ਕਰੀਂ ਜਿਸ ਨਾਲ ਤੇਰਾ ਘਰ ਬਰਬਾਦ ਹੋ ਜਾਵੇ। ਜੇਕਰ ਕੋਈ ਵੀ ਗੱਲ ਹੋਈ ਤਾਂ ਸਾਰਾ ਦੋਸ਼ ਤੇਰੇ ਉੱਪਰ ਆ ਜਾਵੇਗਾ। ਪਹਿਲਾਂ ਹੀ ਤੇਰੀ ਮਾਂ ਕਰਕੇ ਕੋਈ ਵੀ ਤੈਨੂੰ ਆਪਣੇ ਘਰ ਦੀ ਇੱਜ਼ਤ ਨਹੀਂ ਬਣਾਉਣਾ ਚਾਹੁੰਦਾ ਸੀ। ਹੁਣ ਤੇਰਾ ਵਿਆਹ ਅਮਨ ਨਾਲ ਹੋ ਗਿਆ ਹੈ ਤਾਂ ਤੈਨੂੰ ਆਪ ਹੀ ਹਰ ਗੱਲ ਦਾ ਖਿਆਲ ਰੱਖਣਾ ਚਾਹੀਦਾ ਹੈ। ਉਹਨਾਂ ਦੀਆਂ ਗੱਲਾਂ ਨੇ ਮੈਨੂੰ ਹੋਰ ਵੀ ਡਰਾ ਦਿੱਤਾ ਸੀ। ਨੇਹਾ ਕਹਿਣ ਲੱਗੀ, ਅਮਨ ਦਾ ਸੁਭਾਅ ਕੁਝ ਵੱਖਰਾ ਹੈ, ਤੈਨੂੰ ਆਪ ਹੀ ਸਮਝ ਆ ਜਾਵੇਗਾ, ਪਰ ਉਸ ਨਾਲ ਜ਼ਿੰਦਗੀ ਗੁਜ਼ਾਰਨਾ ਆਸਾਨ ਨਹੀਂ ਹੋਵੇਗਾ। ਨੇਹਾ ਦੀਦੀ ਤਾਂ ਮੈਨੂੰ ਨਸੀਹਤ ਦੇ ਕੇ ਚਲੀ ਗਈ ਸੀ, ਪਰ ਮੇਰਾ ਦਿਮਾਗ ਉਹਨਾਂ ਦੀਆਂ ਗੱਲਾਂ ਵਿੱਚ ਉਲਝ ਗਿਆ ਸੀ। ਕਈ ਘੰਟਿਆਂ ਦੇ ਇੰਤਜ਼ਾਰ ਤੋਂ ਬਾਅਦ ਜਦੋਂ ਅਮਨ ਕਮਰੇ ਵਿੱਚ ਆਇਆ ਤਾਂ ਉਹਨਾਂ ਦਾ ਮੂਡ ਕੁਝ ਠੀਕ ਨਹੀਂ ਸੀ। ਕਮਰੇ ਵਿੱਚ ਆਉਂਦੇ ਹੀ ਉਹਨਾਂ ਨੇ ਆਪਣਾ ਸਾਮਾਨ ਇੱਧਰ-ਉੱਧਰ ਸੁੱਟਣਾ ਸ਼ੁਰੂ ਕਰ ਦਿੱਤਾ। ਅਜਿਹਾ ਲੱਗ ਰਿਹਾ ਸੀ ਕਿ ਜਿਵੇਂ ਉਹ ਬਹੁਤ ਗੁੱਸੇ ਵਿੱਚ ਹੋਣ। ਮੈਂ ਡਰਦੇ ਮਾਰੇ ਪਸੀਨੇ ਨਾਲ ਭਿੱਜ ਗਈ ਸੀ। ਮੇਰੇ ਹੱਥ ਪੈਰ ਕੰਬ ਰਹੇ ਸਨ। ਅਮਨ ਮੇਰੇ ਕੋਲ ਆਉਣ ਦੀ ਬਜਾਏ ਸਿੱਧਾ ਬਾਥਰੂਮ ਵਿੱਚ ਗਏ ਅਤੇ ਕੱਪੜੇ ਬਦਲ ਕੇ ਬਾਹਰ ਆਏ। ਮੈਂ ਹਾਲੇ ਤੱਕ ਬੈੱਡ 'ਤੇ ਉਹਨਾਂ ਦੇ ਇੰਤਜ਼ਾਰ ਵਿੱਚ ਬੈਠੀ ਸੀ। ਮੈਨੂੰ ਦੇਖਦੇ ਹੀ ਉਹ ਗੁੱਸੇ ਨਾਲ ਕਹਿਣ ਲੱਗੇ, ਤੂੰ ਕਦੋਂ ਤੱਕ ਇੱਥੇ ਬੁੱਤ ਬਣ ਕੇ ਬੈਠੀ ਰਹੇਂਗੀ? ਮੈਨੂੰ ਨੀਂਦ ਆ ਰਹੀ ਹੈ, ਮੇਰਾ ਬਿਸਤਰਾ ਸਾਫ਼ ਕਰ। ਅਮਨ ਦੇ ਸ਼ਬਦਾਂ ਨੇ ਮੇਰੇ ਹੋਸ਼ ਉਡਾ ਦਿੱਤੇ ਸਨ। ਦਿਲ ਵਿੱਚ ਜੋ ਥੋੜ੍ਹੇ ਬਹੁਤੇ ਅਰਮਾਨ ਬਚੇ ਸਨ ਉਹ ਵੀ ਹੰਝੂਆਂ ਦੇ ਰਸਤੇ ਵਹਿ ਗਏ। ਮੈਂ ਫਟਾਫਟ ਉੱਠ ਕੇ ਉਹਨਾਂ ਦਾ ਬਿਸਤਰਾ ਸਾਫ਼ ਕਰ ਦਿੱਤਾ ਅਤੇ ਆਪਣੇ ਕੱਪੜੇ ਵੀ ਬਦਲ ਲਏ। ਵਿਦਾਈ ਤੋਂ ਪਹਿਲਾਂ ਚਾਚੀ ਦੀਆਂ ਕੁੜੀਆਂ ਦੀਆਂ ਗੱਲਾਂ ਮੇਰੇ ਕੰਨਾਂ ਵਿੱਚ ਗੂੰਜਣ ਲੱਗੀਆਂ। ਅੱਜ ਤਾਂ ਸਿਮਰਤ ਇੰਨੀ ਸੋਹਣੀ ਲੱਗ ਰਹੀ ਹੈ ਕਿ ਅਮਨ ਜੀ ਤਾਂ ਬਸ ਦੇਖਦੇ ਹੀ ਰਹਿ ਜਾਣਗੇ, ਪਹਿਲੀ ਹੀ ਨਜ਼ਰ ਵਿੱਚ ਆਪਣਾ ਦਿਲ ਹਾਰ ਬੈਠਣਗੇ। ਮੈਂ ਇੱਕ ਲੰਬਾ ਸਾਹ ਭਰ ਕੇ ਰਹਿ ਗਈ ਸੀ। ਅਜਿਹਾ ਕੁਝ ਵੀ ਨਹੀਂ ਹੋਇਆ ਸੀ। ਮੇਰੀ ਖੂਬਸੂਰਤੀ ਮੇਰੀ ਕਿਸਮਤ ਬਦਲਣ ਵਾਲੀ ਨਹੀਂ ਸੀ। ਅਮਨ ਲੇਟਦੇ ਹੀ ਗੂੜੀ ਨੀਂਦ ਵਿੱਚ ਸੋ ਗਏ।
ਅਚਾਨਕ ਮੇਰੀ ਨਜ਼ਰ ਚਾਚਾ ਜੀ ਦੀ ਦਿੱਤੀ ਚਾਦਰ ਵੱਲ ਗਈ ਤਾਂ ਮੈਂ ਫਟਾਫਟ ਉਹ ਚਾਦਰ ਚੁੱਕੀ ਅਤੇ ਅਮਨ ਦੇ ਉੱਪਰ ਪਾ ਦਿੱਤੀ। ਮੈਨੂੰ ਆਉਣ ਵਾਲੀ ਜ਼ਿੰਦਗੀ ਤੋਂ ਕੋਈ ਖਾਸ ਉਮੀਦ ਤਾਂ ਨਹੀਂ ਸੀ, ਪਰ ਇਸ ਗੱਲ ਦਾ ਯਕੀਨ ਜ਼ਰੂਰ ਸੀ ਕਿ ਜੇਕਰ ਚਾਚਾ ਜੀ ਨੇ ਮੈਨੂੰ ਇਹ ਚਾਦਰ ਦਿੱਤੀ ਹੈ ਤਾਂ ਜ਼ਰੂਰ ਕੋਈ ਨਾ ਕੋਈ ਅਸਰ ਤਾਂ ਹੋਵੇਗਾ ਹੀ। ਅਗਲੀ ਸਵੇਰ ਜਦੋਂ ਅਮਨ ਸੌ ਕੇ ਉੱਠੇ ਤਾਂ ਉਹਨਾਂ ਦਾ ਮੂਡ ਬਿਲਕੁਲ ਠੀਕ ਸੀ। ਮੈਂ ਉਹਨਾਂ ਤੋਂ ਪਹਿਲਾਂ ਹੀ ਜਾਗ ਚੁੱਕੀ ਸੀ। ਉਹ ਆਪ ਹੀ ਮੇਰੇ ਕਰੀਬ ਆਏ ਅਤੇ ਕਹਿਣ ਲੱਗੇ, ਸਿਮਰਤ, ਰਾਤ ਮੈਂ ਗੁੱਸੇ ਵਿੱਚ ਸੀ, ਹੋ ਸਕੇ ਤਾਂ ਮੈਨੂੰ ਮਾਫ਼ ਕਰ ਦੇਵੀਂ। ਅਮਨ ਦਾ ਇੰਨਾ ਬਦਲਿਆ ਹੋਇਆ ਰੂਪ ਦੇਖ ਕੇ ਮੈਂ ਹੈਰਾਨ ਰਹਿ ਗਈ। ਉਹ ਫਟਾਫਟ ਤਿਆਰ ਹੋ ਰਹੇ ਸਨ। ਟਾਈਮ ਬਹੁਤ ਜ਼ਿਆਦਾ ਹੋ ਚੁੱਕਿਆ ਸੀ ਅਤੇ ਚਾਚੀ ਜੀ ਨੇ ਨਾਸ਼ਤਾ ਲੈ ਕੇ ਆਉਣਾ ਸੀ। ਰਸਮ ਦੇ ਮੁਤਾਬਿਕ ਮੈਂ ਨਾਸ਼ਤਾ ਕਰਕੇ ਆਪਣੇ ਘਰ ਵਾਪਸ ਚਲੀ ਗਈ। ਚਾਚਾ ਜੀ ਮੈਨੂੰ ਦੇਖ ਕੇ ਬਹੁਤ ਖੁਸ਼ ਹੋਏ ਅਤੇ ਕਹਿਣ ਲੱਗੇ, ਤੂੰ ਹਮੇਸ਼ਾ ਇਸੇ ਤਰ੍ਹਾਂ ਹੀ ਖੁਸ਼ ਰਹੇ, ਬਸ ਆਪਣੇ ਪਤੀ ਉੱਪਰ ਰੋਜ਼ ਚਾਦਰ ਦਿੰਦੀ ਰਹੀ ਅਤੇ ਜੋ ਗੱਲ ਮੈਂ ਦੱਸੀ ਸੀ ਉਸ 'ਤੇ ਕੰਮ ਕਰਦੀ ਰਹੀ। ਮੈਂ ਉਹਨਾਂ ਨੂੰ ਪੁੱਛਿਆ ਕਿ ਚਾਚਾ ਜੀ, ਇਸ ਚਾਦਰ ਵਿੱਚ ਅਜਿਹੀ ਕੀ ਖਾਸ ਗੱਲ ਹੈ? ਉਹ ਤਾਂ ਇੱਕ ਲਾਲ ਰੰਗ ਦੀ ਆਮ ਜਿਹੀ ਚਾਦਰ ਹੈ। ਚਾਚਾ ਜੀ ਮੁਸਕਰਾਉਂਦੇ ਹੋਏ ਕਹਿਣ ਲੱਗੇ, ਹਰ ਗੱਲ ਦੱਸਣ ਵਾਲੀ ਨਹੀਂ ਹੁੰਦੀ, ਬਸ ਤੂੰ ਉਹ ਚਾਦਰ ਕਦੇ ਵੀ ਦੇਣੀ ਨਾ ਭੁੱਲੀ, ਨਹੀਂ ਤਾਂ ਹੋ ਸਕਦਾ ਹੈ ਤੇਰਾ ਤਲਾਕ ਹੋ ਜਾਵੇ। ਚਾਚਾ ਜੀ ਦੀ ਗੱਲ ਸੁਣ ਕੇ ਮੇਰੇ ਰੌਂਗਟੇ ਖੜ੍ਹੇ ਹੋ ਗਏ ਅਤੇ ਮੈਂ ਕਿਹਾ, ਨਹੀਂ ਨਹੀਂ ਚਾਚਾ ਜੀ, ਮੈਂ ਕਦੇ ਨਹੀਂ ਭੁੱਲਾਂਗੀ। ਤਲਾਕ ਦਾ ਨਾਂ ਸੁਣ ਕੇ ਮੈਨੂੰ ਕੰਬਣੀ ਛਿੜ ਜਾਂਦੀ ਸੀ। ਸ਼ਾਮ ਤੱਕ ਅਮਨ ਮੈਨੂੰ ਲੈਣ ਲਈ ਆ ਗਿਆ ਅਤੇ ਉਹਨਾਂ ਦਾ ਮੂਡ ਵੀ ਬਹੁਤ ਵਧੀਆ ਸੀ। ਉਸ ਦਿਨ ਤੋਂ ਬਾਅਦ ਕੋਈ ਦਿਨ ਵੀ ਅਜਿਹਾ ਨਾ ਗਿਆ ਜਦੋਂ ਮੈਂ ਅਮਨ ਦੇ ਸੌਣ ਤੋਂ ਬਾਅਦ ਉਹਨਾਂ ਨੂੰ ਚਾਦਰ ਨਾ ਦਿੱਤੀ ਹੋਵੇ। ਉਹ ਲਾਲ ਰੰਗ ਦੀ ਚਾਦਰ ਮੈਨੂੰ ਜਾਨ ਤੋਂ ਵੀ ਜ਼ਿਆਦਾ ਪਿਆਰੀ ਹੋ ਗਈ ਸੀ। ਅਮਨ ਮੇਰਾ ਬਹੁਤ ਖਿਆਲ ਰੱਖਦਾ ਸੀ। ਉਹਨਾਂ ਦਾ ਵਤੀਰਾ ਵੀ ਮੇਰੇ ਲਈ ਬਹੁਤ ਨਰਮ ਸੀ। ਕਦੇ-ਕਦੇ ਜੇਕਰ ਉਹ ਗੁੱਸਾ ਕਰਦੇ ਵੀ ਤਾਂ ਮੈਂ ਚੁੱਪਚਾਪ ਸੁਣ ਲੈਂਦੀ, ਕਿਉਂਕਿ ਮੈਨੂੰ ਪਤਾ ਸੀ ਕਿ ਚਾਚਾ ਜੀ ਦੀ ਦਿੱਤੀ ਹੋਈ ਚਾਦਰ ਕਰਕੇ ਅਮਨ ਦਾ ਗੁੱਸਾ ਕੁਝ ਸਮੇਂ ਦਾ ਹੀ ਮਹਿਮਾਨ ਹੁੰਦਾ ਹੈ। ਪਤਾ ਨਹੀਂ ਉਸ ਚਾਦਰ ਵਿੱਚ ਅਜਿਹੀ ਕੀ ਖਾਸ ਗੱਲ ਸੀ ਜੋ ਅਮਨ ਵਰਗਾ ਗੁੱਸੇ ਵਾਲਾ ਇਨਸਾਨ ਵੀ ਠੰਡਾ ਹੋ ਗਿਆ ਸੀ। ਮੈਂ ਬਹੁਤ ਵਧੀਆ ਜ਼ਿੰਦਗੀ ਗੁਜ਼ਾਰ ਰਹੀ ਸੀ। ਵਿਆਹ ਨੂੰ ਮਹੀਨਾ ਹੋ ਚੁੱਕਿਆ ਸੀ ਕਿ ਮੈਨੂੰ ਖੁਸ਼ਖਬਰੀ ਮਿਲ ਗਈ ਸੀ। ਮੈਂ ਮਾਂ ਬਣਨ ਵਾਲੀ ਸੀ। ਇਹ ਖਬਰ ਸੁਣ ਕੇ ਤਾਂ ਅਮਨ ਹੋਰ ਵੀ ਖੁਸ਼ ਹੋ ਗਏ, ਪਰ ਜਦੋਂ ਮੈਂ ਪ੍ਰੈਗਨੈਂਟ ਹੋਈ ਤਾਂ ਮੇਰੀ ਤਬੀਅਤ ਖਰਾਬ ਰਹਿਣ ਲੱਗੀ। ਉਲਟੀਆਂ ਕਰਕੇ ਮੇਰਾ ਬੁਰਾ ਹਾਲ ਹੋ ਚੁੱਕਿਆ ਸੀ ਅਤੇ ਇਸੇ ਕਰਕੇ ਇੱਕ ਰਾਤ ਅਮਨ ਦੇ ਸੌਣ ਤੋਂ ਬਾਅਦ ਮੈਂ ਚਾਚਾ ਜੀ ਦੀ ਦਿੱਤੀ ਹੋਈ ਚਾਦਰ ਅਮਨ ਦੇ ਉੱਪਰ ਦੇਣਾ ਭੁੱਲ ਗਈ। ਮੈਂ ਦਵਾਈ ਲਈ ਹੋਈ ਸੀ, ਇਸ ਲਈ ਮੈਂ ਅਮਨ ਦੇ ਸੌਣ ਤੋਂ ਪਹਿਲਾਂ ਹੀ ਸੌ ਗਈ। ਇਸ ਲਈ ਮੇਰੇ ਤੋਂ ਇੰਨੀ ਵੱਡੀ ਗਲਤੀ ਹੋ ਗਈ ਅਤੇ ਇਸ ਗੱਲ ਦਾ ਅਹਿਸਾਸ ਮੈਨੂੰ ਉਸ ਵੇਲੇ ਹੋਇਆ ਜਦੋਂ ਸਵੇਰੇ 5 ਵਜੇ ਮੇਰੀ ਅੱਖ ਖੁੱਲ੍ਹੀ। ਇਹ ਦੇਖ ਕੇ ਤਾਂ ਮੇਰੇ ਰੌਂਗਟੇ ਹੀ ਖੜ੍ਹੇ ਹੋ ਗਏ ਕਿ ਅਮਨ ਦੇ ਉੱਪਰ ਤਾਂ ਮੈਂ ਚਾਦਰ ਦਿੱਤੀ ਹੀ ਨਹੀਂ ਸੀ। ਚਾਚਾ ਜੀ ਦੀ ਗੱਲ ਮੇਰੇ ਕੰਨਾਂ ਵਿੱਚ ਗੂੰਜਣ ਲੱਗੀ ਕਿ ਜੇਕਰ ਮੈਂ ਚਾਦਰ ਨਾ ਦਿੱਤੀ ਤਾਂ ਮੇਰਾ ਤਲਾਕ ਹੋ ਜਾਵੇਗਾ। ਹਾਲੇ ਮੈਂ ਇਹਨਾਂ ਸੋਚਾਂ ਵਿੱਚ ਹੀ ਗੁੰਮ ਸੀ ਕਿ ਅਮਨ ਜਾਗ ਗਏ। ਉਹਨਾਂ ਨੂੰ ਦੇਖ ਕੇ ਮੈਨੂੰ ਡਰ ਲੱਗਣ ਲੱਗਿਆ। ਮੈਂ ਸੋਚ ਰਹੀ ਸੀ ਕਿ ਪਤਾ ਨਹੀਂ ਹੁਣ ਕੀ ਹੋਵੇਗਾ। ਅਮਨ ਕਹਿਣ ਲੱਗੇ, ਤੂੰ ਕਿਉਂ ਜਾਗ ਰਹੀ ਹੈ? ਤਬੀਅਤ ਤਾਂ ਠੀਕ ਹੈ ਨਹੀਂ ਤੇਰੀ? ਮੈਂ ਡਰਦੇ-ਡਰਦੇ ਉਹਨਾਂ ਨੂੰ ਦੱਸਿਆ ਕਿ ਮੇਰੀ ਤਬੀਅਤ ਠੀਕ ਨਹੀਂ ਹੈ। ਅਮਨ ਕਹਿਣ ਲੱਗੇ, ਮੈਂ ਤੈਨੂੰ ਇਕੱਲੀ ਘਰ ਵਿੱਚ ਛੱਡ ਕੇ ਨਹੀਂ ਜਾ ਸਕਦਾ। ਤੂੰ ਤਿਆਰ ਹੋ ਜਾ, ਮੈਂ ਤੈਨੂੰ ਤੇਰੇ ਘਰ ਛੱਡ ਦਿੰਦਾ ਹਾਂ। ਇਹ ਪਹਿਲੀ ਵਾਰ ਸੀ ਜਦੋਂ ਅਮਨ ਨੇ ਖੁਦ ਆਪਣੇ ਮੂੰਹ ਤੋਂ ਮੈਨੂੰ ਘਰ ਭੇਜਣ ਦੀ ਗੱਲ ਕੀਤੀ ਸੀ। ਨਹੀਂ ਤਾਂ ਇਸ ਤੋਂ ਪਹਿਲਾਂ ਮੈਂ ਜਦੋਂ ਵੀ ਘਰ ਜਾਣ ਦੀ ਗੱਲ ਕਰਦੀ ਤਾਂ ਉਹ ਮਨਾ ਕਰ ਦਿੰਦੇ ਅਤੇ ਕਹਿੰਦੇ ਕਿ ਤੇਰਾ ਘਰ ਹੁਣ ਇਹੀ ਹੈ, ਤੈਨੂੰ ਇੱਥੇ ਹੀ ਰਹਿਣਾ ਹੈ। ਉਸ ਵੇਲੇ ਮੈਨੂੰ ਬਹੁਤ ਹੀ ਰੋਣਾ ਆਉਂਦਾ ਸੀ, ਪਰ ਅੱਜ ਜਦੋਂ ਉਹਨਾਂ ਨੇ ਘਰ ਜਾਣ ਦੀ ਗੱਲ ਕੀਤੀ ਤਾਂ ਮੈਨੂੰ ਡਰ ਲੱਗਣ ਲੱਗਿਆ। ਮੈਂ ਉਹਨਾਂ ਨੂੰ ਮਨਾ ਕਰ ਦਿੱਤਾ ਕਿ ਮੈਂ ਨਹੀਂ ਜਾਣਾ ਚਾਹੁੰਦੀ ਅਤੇ ਇਹ ਦੇਖ ਕੇ ਮੇਰੇ ਪੈਰਾਂ ਥੱਲਿਓਂ ਜ਼ਮੀਨ ਨਿਕਲ ਗਈ ਕਿ ਅਮਨ ਇੱਕਦਮ ਗੁੱਸੇ ਵਿੱਚ ਆ ਗਏ ਅਤੇ ਖੁਦ ਹੀ ਮੇਰਾ ਸਾਮਾਨ ਪੈਕ ਕਰਨ ਲੱਗੇ। ਬਹੁਤ ਦਿਨਾਂ ਬਾਅਦ ਮੈਂ ਉਹਨਾਂ ਨੂੰ ਗੁੱਸੇ ਵਿੱਚ ਦੇਖਿਆ ਸੀ। ਆਫਿਸ ਜਾਂਦੇ-ਜਾਂਦੇ ਉਹਨਾਂ ਨੇ ਜ਼ਬਰਦਸਤੀ ਮੈਨੂੰ ਚਾਚਾ ਜੀ ਦੇ ਘਰ ਛੱਡ ਦਿੱਤਾ। ਮੈਂ ਡਰਦੇ-ਡਰਦੇ ਪੁੱਛਿਆ, ਤੁਸੀਂ ਮੈਨੂੰ ਲੈਣ ਤਾਂ ਆਓਗੇ ਨਾ? ਉਹਨਾਂ ਨੇ ਘੂਰ ਕੇ ਮੇਰੇ ਵੱਲ ਵੇਖਿਆ ਅਤੇ ਕੋਈ ਜਵਾਬ ਨਹੀਂ ਦਿੱਤਾ। ਮੈਂ ਘਰ ਅੰਦਰ ਗਈ ਤਾਂ ਸਾਹਮਣੇ ਹੀ ਚਾਚਾ ਜੀ ਬੈਠੇ ਸਨ। ਮੈਂ ਆਪਣੇ ਆਪ 'ਤੇ ਕਾਬੂ ਕੀਤੇ ਬਿਨਾਂ ਹੀ ਉਹਨਾਂ ਦੇ ਪੈਰਾਂ ਵਿੱਚ ਬੈਠ ਕੇ ਰੋਣ ਲੱਗ ਪਈ। ਮੈਨੂੰ ਇਸ ਤਰ੍ਹਾਂ ਰੋਂਦਾ ਦੇਖ ਕੇ ਚਾਚਾ ਜੀ ਪਰੇਸ਼ਾਨ ਹੋ ਗਏ। ਮੈਂ ਰੋਂਦੇ ਹੋਏ ਦੱਸਿਆ ਕਿ ਅਮਨ ਮੈਨੂੰ ਛੱਡ ਕੇ ਚਲਾ ਗਿਆ ਹੈ, ਹੁਣ ਉਹ ਕਦੇ ਵੀ ਮੈਨੂੰ ਲੈਣ ਨਹੀਂ ਆਵੇਗਾ। ਚਾਚਾ ਜੀ ਨੇ ਪੁੱਛਿਆ ਕਿ ਅਜਿਹਾ ਕੀ ਹੋਇਆ ਹੈ ਜੋ ਉਹ ਤੈਨੂੰ ਛੱਡ ਕੇ ਚਲਾ ਗਿਆ?
ਮੈਂ ਦੱਸਿਆ ਕਿ ਮੈਂ ਰਾਤ ਉਹਨਾਂ ਦੇ ਚਾਦਰ ਦੇਣਾ ਭੁੱਲ ਗਈ ਅਤੇ ਸਵੇਰੇ ਮੇਰੀ ਖਰਾਬ ਤਬੀਅਤ ਕਹਿ ਕੇ ਮੈਨੂੰ ਇੱਥੇ ਛੱਡ ਗਏ, ਜਦੋਂ ਕਿ ਪਹਿਲਾਂ ਤਾਂ ਉਹਨਾਂ ਨੇ ਕਦੇ ਵੀ ਅਜਿਹਾ ਨਹੀਂ ਕੀਤਾ। ਮੈਨੂੰ ਯਕੀਨ ਹੈ ਕਿ ਉਹ ਹੁਣ ਮੈਨੂੰ ਲੈਣ ਨਹੀਂ ਆਉਣਗੇ। ਮੇਰੀ ਗੱਲ ਸੁਣ ਕੇ ਉਹਨਾਂ ਦੇ ਚਿਹਰੇ ਦਾ ਰੰਗ ਉੱਡ ਗਿਆ ਅਤੇ ਉਹ ਕਹਿਣ ਲੱਗੇ, ਸਿਮਰਤ, ਤੂੰ ਕੀ ਗੱਲਾਂ ਕਰ ਰਹੀ ਹੈ? ਆਪਣੀ ਸਿਹਤ ਦਾ ਖਿਆਲ ਰੱਖ, ਉਦਾਸ ਨਾ ਹੋ। ਅੱਜ ਮੈਂ ਖੁਦ ਤੈਨੂੰ ਉਸ ਚਾਦਰ ਦੀ ਸੱਚਾਈ ਦੱਸ ਦਿੰਦਾ ਹਾਂ। ਮੈਂ ਉਹਨਾਂ ਵੱਲ ਦੇਖਣ ਲੱਗੀ। ਚਾਚਾ ਜੀ ਨੇ ਮੇਰੇ ਸਿਰ 'ਤੇ ਹੱਥ ਰੱਖਿਆ ਅਤੇ ਕਹਿਣ ਲੱਗੇ, ਧੀਏ, ਜਦ ਤੂੰ ਸਾਡੇ ਘਰ ਆਈ ਤਾਂ ਮਾਂ-ਬਾਪ ਦੀ ਜੁਦਾਈ ਵਿੱਚ ਪੂਰੀ ਤਰ੍ਹਾਂ ਟੁੱਟ ਚੁੱਕੀ ਸੀ। ਕੁਝ ਬੱਚੇ ਇਹ ਸਭ ਸਹਿਣ ਕਰ ਜਾਂਦੇ ਹਨ ਅਤੇ ਕੁਝ ਤੇਰੀ ਤਰ੍ਹਾਂ ਗੁੱਸੇ ਵਾਲੇ ਅਤੇ ਜਜ਼ਬਾਤੀ ਹੋ ਜਾਂਦੇ ਹਨ। ਤੇਰੇ ਵਿੱਚ ਵੀ ਬਹੁਤ ਜ਼ਿਆਦਾ ਗੁੱਸਾ ਸੀ। ਜਦੋਂ ਤੇਰੇ ਵਿਆਹ ਦੀ ਗੱਲ ਹੋਣ ਲੱਗੀ ਤਾਂ ਤੇਰੀ ਮਾਂ ਕਰਕੇ ਤੇਰੇ ਰਿਸ਼ਤੇ ਵਿੱਚ ਰੁਕਾਵਟ ਆਉਣ ਲੱਗੀ, ਜਦੋਂ ਕਿ ਸੱਚ ਇਹ ਹੈ ਕਿ ਤੇਰੀ ਮਾਂ ਚਰਿੱਤਰਹੀਣ ਨਹੀਂ ਸੀ। ਬਸ ਤੇਰੇ ਬਾਪ ਨਾਲ ਉਸਦਾ ਮਿਜਾਜ ਨਾ ਮਿਲ ਸਕਿਆ। ਉਹ ਤੇਰੀ ਤਰ੍ਹਾਂ ਹੀ ਖੂਬਸੂਰਤ ਸੀ। ਤੇਰਾ ਬਾਪ ਬਿਨਾਂ ਵਜ੍ਹਾ ਹੀ ਤੇਰੀ ਮਾਂ 'ਤੇ ਸ਼ੱਕ ਕਰਦਾ ਅਤੇ ਇਸੇ ਗੱਲ ਕਰਕੇ ਉਹਨਾਂ ਵਿੱਚ ਝਗੜਾ ਰਹਿੰਦਾ ਸੀ। ਲੋਕਾਂ ਨੇ ਬਿਨਾਂ ਵਜ੍ਹਾ ਹੀ ਤੇਰੀ ਮਾਂ ਨੂੰ ਬਦਨਾਮ ਕਰ ਦਿੱਤਾ। ਉਸਦੇ ਪਵਿੱਤਰ ਹੋਣ ਦੀ ਗਵਾਹੀ ਮੈਂ ਦੇ ਸਕਦਾ ਹਾਂ। ਅਮਨ ਨੂੰ ਵੀ ਮੈਂ ਤੇਰੇ ਲਈ ਇਸੇ ਕਰਕੇ ਚੁਣਿਆ ਸੀ। ਉਹ ਇਕੱਲਾ ਰਹਿੰਦਾ ਹੈ। ਉਸਦੇ ਨਾਲ ਹੋਰ ਕੋਈ ਨਹੀਂ ਰਹਿੰਦਾ ਸੀ ਜੋ ਤੇਰੇ ਗੁੱਸੇ ਨੂੰ ਬਰਦਾਸ਼ਤ ਕਰ ਸਕੇ। ਮੈਂ ਚਾਹੁੰਦਾ ਸੀ ਕਿ ਕਿਸੇ ਤਰ੍ਹਾਂ ਤੇਰਾ ਗੁੱਸਾ ਕਾਬੂ ਵਿੱਚ ਆ ਜਾਵੇ ਤਾਂ ਜੋ ਤੂੰ ਆਪਣੇ ਪਤੀ ਨਾਲ ਬੁਰਾ ਸਲੂਕ ਨਾ ਕਰੇ। ਇਸ ਲਈ ਮੈਂ ਇੱਕ ਚਾਦਰ ਲਈ ਅਤੇ ਉਸਨੂੰ ਤੇਰੇ ਹੱਥ ਵਿੱਚ ਇਹ ਕਹਿ ਕੇ ਰੱਖ ਦਿੱਤਾ ਕਿ ਉਸਨੂੰ ਆਪਣੇ ਪਤੀ 'ਤੇ ਦੇ ਦਿਆ ਕਰ। ਉਸ ਨਾਲ ਉਹ ਤੈਨੂੰ ਖੁਸ਼ ਰੱਖੇਗਾ ਅਤੇ ਕਦੇ ਤਲਾਕ ਨਹੀਂ ਹੋਵੇਗਾ। ਮੈਨੂੰ ਪਤਾ ਸੀ ਕਿ ਇਹ ਤੇਰੇ ਲਈ ਕਿੰਨਾ ਭਿਆਨਕ ਹੈ। ਨਾਲ ਹੀ ਮੈਂ ਤੈਨੂੰ ਇੱਕ ਗੱਲ ਵੀ ਕਹੀ ਸੀ ਕਿ ਜਦੋਂ ਵੀ ਤੇਰਾ ਪਤੀ ਗੁੱਸੇ ਵਿੱਚ ਹੋਵੇ ਤਾਂ ਆਪਣੀ ਜ਼ੁਬਾਨ ਨੂੰ ਦੰਦਾਂ ਥੱਲੇ ਦੱਬ ਲਵੀਂ ਅਤੇ ਉਸਦੀ ਕਿਸੇ ਵੀ ਗੱਲ ਦਾ ਜਵਾਬ ਨਾ ਦੇਈਂ। ਦਰਅਸਲ ਜਾਦੂ ਚਾਦਰ ਦਾ ਨਹੀਂ, ਤੇਰੀ ਜ਼ੁਬਾਨ ਦੇ ਬੰਦ ਰਹਿਣ ਦਾ ਹੈ। ਬੰਦਾ ਜਦੋਂ ਬਾਹਰ ਦੀਆਂ ਦਿੱਕਤਾਂ ਝੇਲ ਕੇ ਘਰ ਆਉਂਦਾ ਹੈ ਤਾਂ ਕਦੇ-ਕਦੇ ਉਹ ਸਖਤ ਮਿਜਾਜ ਅਤੇ ਗੁੱਸੇ ਵਾਲਾ ਹੋ ਜਾਂਦਾ ਹੈ, ਪਰ ਜੇਕਰ ਔਰਤ ਵੀ ਉਸ ਨਾਲ ਜ਼ੁਬਾਨ ਲੜਾਉਣ ਲੱਗੇ ਤਾਂ ਇਹ ਰਿਸ਼ਤਾ ਹਮੇਸ਼ਾ ਲਈ ਟੁੱਟ ਜਾਂਦਾ ਹੈ। ਦੋਨਾਂ ਵਿੱਚੋਂ ਕਿਸੇ ਇੱਕ ਦਾ ਚੁੱਪ ਰਹਿਣਾ ਜ਼ਰੂਰੀ ਹੈ। ਮੈਨੂੰ ਪਤਾ ਸੀ ਕਿ ਅਮਨ ਥੋੜ੍ਹਾ ਜਿਹਾ ਸਖਤ ਹੈ, ਇਸ ਲਈ ਤਾਂ ਮੈਂ ਤੈਨੂੰ ਚਾਦਰ ਦੀ ਆੜ ਵਿੱਚ ਇਹ ਤਰੀਕਾ ਦੱਸਿਆ ਸੀ ਜਿਸ ਨਾਲ ਤੂੰ ਉਸਦੇ ਅੱਗੇ ਚੁੱਪ ਰਹੀ ਅਤੇ ਉਹ ਤੇਰੀ ਕਦਰ ਕਰਨ ਲੱਗਿਆ। ਇਨਸਾਨ ਨੂੰ ਜੇਕਰ ਸਿੱਧੇ ਸ਼ਬਦਾਂ ਵਿੱਚ ਗੱਲ ਸਮਝਾਈ ਜਾਵੇ ਤਾਂ ਉਸਨੂੰ ਸਮਝ ਨਹੀਂ ਆਉਂਦੀ, ਪਰ ਜੇਕਰ ਉਸ ਗੱਲ ਨੂੰ ਕਿਸੇ ਚੀਜ਼ ਨਾਲ ਜੋੜ ਦਿੱਤਾ ਜਾਵੇ ਤਾਂ ਬੰਦਾ ਆਪਣੇ ਆਪ ਉਸ 'ਤੇ ਅਮਲ ਕਰਨ ਲੱਗਦਾ ਹੈ। ਤੂੰ ਚਾਦਰ ਨੂੰ ਚਮਤਕਾਰੀ ਸਮਝਦੀ ਰਹੀ ਅਤੇ ਆਪਣੀ ਜ਼ੁਬਾਨ ਨੂੰ ਦੰਦਾਂ ਥੱਲੇ ਦਬਾਉਂਦੀ ਰਹੀ। ਇਸ ਤਰ੍ਹਾਂ ਤੇਰਾ ਘਰ ਆਪਣੇ ਆਪ ਸਵਰਗ ਹੋ ਗਿਆ। ਅਮਨ ਅੱਜ ਤੈਨੂੰ ਤੇਰੀ ਤਬੀਅਤ ਕਰਕੇ ਛੱਡ ਕੇ ਗਿਆ ਹੈ ਕਿਉਂਕਿ ਉਸਨੂੰ ਪਤਾ ਹੈ ਕਿ ਇਸ ਹਾਲਤ ਵਿੱਚ ਤੇਰਾ ਇਕੱਲੇ ਰਹਿਣਾ ਠੀਕ ਨਹੀਂ ਹੈ। ਚਾਚਾ ਜੀ ਦੀ ਗੱਲ ਸੁਣ ਕੇ ਮੈਂ ਹੈਰਾਨ ਰਹਿ ਗਈ। ਸਿਰਫ ਮੇਰੀ ਜ਼ੁਬਾਨ ਦੇ ਕਾਬੂ ਰਹਿਣ ਕਰਕੇ ਮੇਰਾ ਘਰ ਸਵਰਗ ਬਣ ਗਿਆ। ਮੈਂ ਰੋਂਦੇ ਹੋਏ ਚਾਚਾ ਜੀ ਅਤੇ ਚਾਚੀ ਜੀ ਤੋਂ ਮਾਫ਼ੀ ਮੰਗੀ ਕਿਉਂਕਿ ਇਹ ਸੱਚ ਸੀ ਕਿ ਮੈਂ ਉਹਨਾਂ ਨਾਲ ਬਹੁਤ ਜ਼ੁਬਾਨ ਲੜਾਈ ਸੀ। ਸਾਰਾ ਦਿਨ ਆਰਾਮ ਕਰਨ ਤੋਂ ਬਾਅਦ ਮੇਰੀ ਤਬੀਅਤ ਠੀਕ ਹੋ ਗਈ। ਸ਼ਾਮ ਨੂੰ ਚਾਚੀ ਜੀ ਨੇ ਖੁਦ ਹੀ ਮੇਰੇ ਅਤੇ ਅਮਨ ਲਈ ਖਾਣਾ ਬਣਾਇਆ ਅਤੇ ਅਮਨ ਵੀ ਮੈਨੂੰ ਲੈਣ ਲਈ ਆ ਗਏ। ਚਾਚਾ ਜੀ ਨੇ ਮੈਨੂੰ ਜ਼ਿੰਦਗੀ ਦੀ ਉਹ ਹਕੀਕਤ ਸਿਖਾ ਦਿੱਤੀ ਸੀ ਜਿਸ ਨੂੰ ਸਿੱਖਣਾ ਹਰ ਕੁੜੀ ਲਈ ਜ਼ਰੂਰੀ ਹੈ। ਜਦੋਂ ਆਦਮੀ ਗੁੱਸੇ ਵਿੱਚ ਕੁਝ ਕਹਿ ਜਾਵੇ ਤਾਂ ਔਰਤ ਨੂੰ ਉਸੇ ਵੇਲੇ ਆਪਣੀ ਜ਼ੁਬਾਨ 'ਤੇ ਕਾਬੂ ਰੱਖਣਾ ਚਾਹੀਦਾ ਹੈ। ਬਹੁਤ ਸਾਰੇ ਘਰੇਲੂ ਮਸਲੇ ਇਸ ਤਰ੍ਹਾਂ ਹੱਲ ਹੋ ਸਕਦੇ ਹਨ। ਕੀ ਤੁਸੀਂ ਵੀ ਮੇਰੀ ਇਸ ਗੱਲ ਨਾਲ ਸਹਿਮਤ ਹੋ ਕਿ ਸਾਡੀ ਥੋੜ੍ਹੀ ਦੇਰ ਦੀ ਖਾਮੋਸ਼ੀ ਸਾਡੀ ਜ਼ਿੰਦਗੀ ਵਿੱਚ ਖੁਸ਼ੀਆਂ ਭਰ ਸਕਦੀ ਹੈ? ਤਾਂ ਕਮੈਂਟ ਬਾਕਸ ਵਿੱਚ ਆਪਣੀ ਰਾਏ ਜ਼ਰੂਰ ਦਿਓ ਅਤੇ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਅਤੇ ਘੰਟੀ ਨੂੰ ਦਬਾ ਕੇ ਆਲ 'ਤੇ ਸੈੱਟ ਕਰ ਲਿਓ ਤਾਂ ਜੋ ਸਾਡੀ ਆਉਣ ਵਾਲੀ ਵੀਡੀਓ ਤੁਹਾਡੇ ਤੱਕ